ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰ ਭਾਈ ਨੰਦ ਲਾਲ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਪਾਪ ਕਰਮਾਂ ਬਾਰੇ ਪੁੱਛਿਆ ਤਾਂ ਗੁਰੂ ਸਾਹਿਬ ਜੀ ਜੋ ਬਚਨ ਕੀਤੇ ਉਹ ਭਾਈ ਨੰਦ ਲਾਲ ਜੀ ਨੇ ਆਪਣੀ ਬਾਣੀ ਤਨਖਾਹਨਾਮਾ ਵਿੱਚ ਦਰਜ ਕਰ ਦਿੱਤੇ। ਅਸੀਂ ਅੱਜ ਦੀ ਵੀਡੀਓ ਵਿੱਚ ਉਹਨਾਂ ਪਾਪ ਕਰਮਾਂ ਦਾ ਜ਼ਿਕਰ ਕਰਾਂਗੇ ਤਾਂ ਜੋ ਸੰਗਤਾਂ ਆਪਣੇ ਆਪ ਨੂੰ ਇਹਨਾਂ ਪਾਪ ਕਰਮਾਂ ਵੱਲੋਂ ਸਾਵਧਾਨ ਕਰ ਲੈਣ। ਨੇੜੇ ਦੇ ਭਵਿੱਖ ਵਿੱਚ ਅਸੀਂ ਗੁਰਬਾਣੀ ਦੇ ਆਧਾਰ ਤੇ ਅਤੇ ਹੋਰ ਰਹਿਤਨਾਮਿਆਂ ਦੇ ਆਧਾਰ ਤੇ ਪਾਪ ਕਰਮਾਂ ਬਾਰੇ ਹੋਰ ਵੀਡੀਓ ਬਣਾਵਾਂਗੇ। ਇੱਥੇ ਨੋਟ ਕਰਨ ਵਾਲੀ ਗੱਲ ਹੈ ਕਿ ਇਸ ਵੀਡੀਓ ਵਿੱਚ ਸਭ ਪਾਪਾਂ ਦਾ ਜ਼ਿਕਰ ਨਹੀਂ ਹੈ। ਹੁਣ ਬਹੁਤ ਸੰਖੇਪ ਵਿੱਚ 53 ਪਾਪ ਕਰਮਾਂ ਦਾ ਜ਼ਿਕਰ ਕਰਾਂਗੇ। ਇਹ ਸਾਰੇ ਪਾਪ ਭਾਈ ਨੰਦ ਲਾਲ ਜੀ ਦੇ ਤਨਖਾਹਨਾਮੇ ਤੇ ਆਧਾਰਿਤ ਹਨ। ਜੋ ਲੋਕ ਨਾਮ, ਦਾਨ ਅਤੇ ਇਸਨਾਨ ਤੋਂ ਹੀਣੇ ਹਨ, ਉਹਨਾਂ ਨਾਲ ਪ੍ਰੇਮ ਨਹੀਂ ਪਾਉਣਾ ਚਾਹੀਦਾ। ਦੂਜੇ ਲਫ਼ਜ਼ਾਂ ਵਿੱਚ ਜੋ ਭਗਤੀ ਤੋਂ ਵਿਹੂਣੇ ਲੋਕ ਹਨ, ਉਹਨਾਂ ਨਾਲ ਪ੍ਰੇਮ ਨਹੀਂ ਪਾਉਣਾ ਚਾਹੀਦਾ, ਕਿਉਂਕਿ ਜੈਸੀ ਸੰਗਤ ਵੈਸੀ ਰੰਗਤ। ਮਨਮੁਖਾਂ ਨਾਲ ਦੋਸਤੀ ਕਰਨ ਨਾਲ ਪਰਮੇਸ਼ਰ ਨਾਲੋਂ ਪ੍ਰੀਤ ਟੁੱਟ ਜਾਂਦੀ ਹੈ। ਗੁਰੂ ਸਾਹਿਬ ਜੀ ਦਾ ਸਖਤ ਹੁਕਮ ਹੈ ਕਿ ਕਦੇ ਭੁੱਲ ਕੇ ਵੀ ਕੇਸ ਕਤਲ ਨਹੀਂ ਕਰਨੇ। ਭਾਈ ਨੰਦ ਲਾਲ ਜੀ ਨੇ ਕੇਸਾਂ ਬਾਰੇ ਗੁਰੂ ਸਾਹਿਬ ਜੀ ਦੇ ਬਚਨ ਇਸ ਤਰ੍ਹਾਂ ਦਰਜ ਕੀਤੇ ਹਨ: ਜੋ ਮੇਰਾ ਸਿੱਖ ਹੋਸੀ ਸੋ ਉਸਤਰਾ ਨਾ ਲਾਵਸੀ, ਅਤੇ ਮੇਰੇ ਸਿੱਖ ਨੇ ਜਿਹਾ ਉਸਤਰਾ ਲਾਇਆ ਅਤੇ ਦਾੜੀ ਮੁੰਨੀ ਤੇਹਾ ਧੀ ਨਾਲ ਸੰਗ ਕੀਤਾ। ਐਸਾ ਭਾਰੀ ਬਚਨ ਸੁਣ ਕੇ ਸਿੱਖ ਅਖਵਾਉਣ ਵਾਲਿਆਂ ਨੂੰ ਕਦੇ ਸੁਪਨੇ ਵਿੱਚ ਵੀ ਕੇਸਾਂ ਨੂੰ ਅਤੇ ਦਾੜੀ ਨੂੰ ਕਿਸੇ ਰੂਪ ਵਿੱਚ ਵੀ ਸਰੀਰ ਤੋਂ ਜੁਦਾ ਨਹੀਂ ਕਰਨਾ ਚਾਹੀਦਾ। ਪ੍ਰਾਤੇਕਾਲ ਭਾਵ ਅੰਮ੍ਰਿਤ ਵੇਲੇ ਜੋ ਸੰਗਤ ਵਿੱਚ ਨਹੀਂ ਜਾਂਦਾ ਉਹ ਵੱਡਾ ਤਨਖਾਹਦਾਰ ਹੈ, ਭਾਵ ਪਾਪੀ ਹੈ। ਜੋ ਇਨਸਾਨ ਸਤ ਸੰਗਤ ਵਿੱਚ ਜਾ ਕੇ ਚਿੱਤ ਡੁਲਾਉਂਦਾ ਹੈ, ਉਹ ਇੱਥੇ ਉੱਥੇ ਕਿਤੇ ਵੀ ਆਰਾਮ ਨਹੀਂ ਪਾਉਂਦਾ। ਚਿੱਤ ਡੁਲਾਉਣ ਤੋਂ ਭਾਵ ਹੈ ਜੋ ਪਰਾਈਆਂ ਇਸਤਰੀਆਂ ਤੇ ਚਿੱਤ ਡੁਲਾਵੇ, ਜਾਂ ਧਨ ਵੱਲ ਦੇਖ ਕੇ ਮਨ ਲੁਭਾਵੇ, ਜਾਂ ਹੋਰ ਕਿਸੇ ਵੀ ਤਰੀਕੇ ਨਾਲ ਨਾਮ ਬਾਣੀ ਨਾਲ ਨਾ ਜੁੜੇ, ਸੋ ਗੁਰੂ ਸਾਹਿਬ ਜੀ ਦੀਆਂ ਨਜ਼ਰਾਂ ਵਿੱਚ ਪਾਪੀ ਹੈ। ਜੋ ਚਲਦੇ ਕੀਰਤਨ ਵਿੱਚ ਗੱਲਾਂ ਕਰੇ, ਉਸ ਬਾਰੇ ਗੁਰੂ ਗੋਬਿੰਦ ਸਿੰਘ ਜੀ ਹੁਕਮ ਕਰਦੇ ਹਨ ਕਿ ਉਹ ਜੰਮਪੁਰ ਜਾਵੇਗਾ। ਜੋ ਸਿੱਖ ਗਰੀਬ ਨੂੰ ਦੇਖ ਕੇ ਉਸ ਦੇ ਗਰੀਬ ਹੋਣ ਕਰਕੇ ਉਸ ਨੂੰ ਪਿਆਰ ਸਤਿਕਾਰ ਨਾਲ ਕੋਲ ਨਹੀਂ ਬਿਠਾਉਂਦਾ, ਉਹ ਪਾਪੀ ਹੈ। ਜੋ ਇਨਸਾਨ ਸ਼ਬਦ ਗਿਆਨ ਤੋਂ ਬਿਨਾਂ ਫਾਲਤੂ ਗੱਲਾਂ ਕਰਦਾ ਹੈ, ਉਸ ਦੇ ਕੁਝ ਹੱਥ ਨਹੀਂ ਆਉਂਦਾ। ਜੋ ਸਿੱਖ ਸ਼ਬਦ ਜਾਂ ਬਾਣੀ ਦੇ ਭੋਗ ਤੇ ਸਿਰ ਨਹੀਂ ਨਿਭਾਉਂਦਾ, ਉਸ ਨੂੰ ਪਰਮੇਸ਼ਰ ਨਹੀਂ ਮਿਲਦਾ, ਕਿਉਂਕਿ ਉਸ ਦੇ ਮਨ ਵਿੱਚ ਗੁਰਬਾਣੀ ਵਾਸਤੇ ਲੋੜੀਂਦਾ ਸਤਿਕਾਰ ਨਹੀਂ ਹੈ। ਇਹ ਗੁਰਮਤਿ ਮਰਿਆਦਾ ਹੈ ਕਿ ਸ਼ਬਦ ਜਾਂ ਬਾਣੀ ਦੇ ਭੋਗ ਤੇ ਹੱਥ ਜੋੜ ਕੇ ਸਿਰ ਨਿਭਾਉਣਾ ਚਾਹੀਦਾ ਹੈ। ਜੋ ਸੇਵਾਦਾਰ ਪ੍ਰਸ਼ਾਦ ਜਾਂ ਲੰਗਰ ਵਰਤਾਉਂਦਾ ਹੋਇਆ ਮਨ ਵਿੱਚ ਲੋਭ ਰੱਖੇ ਅਤੇ ਕਿਸੇ ਨੂੰ ਥੋੜਾ ਅਤੇ ਕਿਸੇ ਨੂੰ ਬਹੁਤਾ ਪ੍ਰਸ਼ਾਦ ਦੇਵੇ, ਉਸ ਨੂੰ ਸਦਾ ਦੁੱਖ ਚਿੰਬੜੇ ਰਹਿੰਦੇ ਹਨ। ਤੁਰਕ ਦੀ ਮੋਹਰ ਸਿਰ ਤੇ ਰੱਖਣੀ ਭਾਵ ਦੁਸ਼ਮਣ ਹਕੂਮਤ ਦੇ ਗੁਲਾਮ ਹੋਣਾ ਪਾਪ ਹੈ। ਜੇ ਕੋਈ ਹਕੂਮਤ ਖਾਲਸਾ ਪੰਥ ਤੇ ਜ਼ੁਲਮ ਕਰਦੀ ਹੋਵੇ ਅਤੇ ਸਿੱਖ ਉਸ ਹਕੂਮਤ ਦਾ ਨੌਕਰ ਹੋਵੇ, ਇਹ ਖਾਲਸਾ ਪੰਥ ਨਾਲ ਬੇਵਫਾਈ ਹੈ, ਜਿਸ ਕਾਰਨ ਇਹ ਪਾਪ ਕਰਮ ਹੈ। ਸ਼ਾਸਤਰਾਂ ਨੂੰ ਪੈਰ ਲਾਉਣਾ ਪਾਪ ਹੈ। ਜੇ ਗਲਤੀ ਨਾਲ ਸ਼ਾਸਤਰਾਂ ਨੂੰ ਪੈਰ ਲੱਗ ਜਾਣ ਤਾਂ ਸ਼ਾਸਤਰ ਨੂੰ ਮੱਥੇ ਤੇ ਲਾ ਕੇ ਮਨ ਹੀ ਮਨ ਗੁਰੂ ਸਾਹਿਬ ਤੋਂ ਮਾਫੀ ਮੰਗ ਲੈਣੀ ਚਾਹੀਦੀ ਹੈ। ਜੇ ਸੰਗਤ ਦਾ ਦੀਵਾਨ ਲੱਗਿਆ ਹੋਵੇ ਅਤੇ ਸਿੱਖ ਉਥੇ ਆਲਸ ਦਾ ਮਾਰਿਆ ਹੋਇਆ ਨਾ ਜਾਵੇ ਤਾਂ ਅਜਿਹੇ ਸਿੱਖ ਨੂੰ ਪਾਪ ਲੱਗਦਾ ਹੈ। ਜੇ ਸਿੱਖ ਦੀ ਰਹਿਤ ਢਿੱਲੀ ਹੋਵੇ ਅਤੇ ਉਹ ਲੰਗਰ ਵਿੱਚ ਸੇਵਾ ਕਰੇ ਅਤੇ ਪ੍ਰਸ਼ਾਦ ਜਾਂ ਭੋਜਨ ਵਰਤਾਵੇ ਤਾਂ ਇਹ ਪਾਪ ਕਰਮ ਹੈ। ਸੂਹਾ ਭਾਵ ਲਾਲ ਰੰਗ ਪਹਿਨਣਾ ਖਾਲਸੇ ਵਾਸਤੇ ਪਾਪ ਹੈ। ਨਸਵਾਰ ਭਾਵ ਤੰਬਾਕੂ ਦਾ ਸੇਵਨ ਸਿੱਖ ਵਾਸਤੇ ਕਰਨਾ ਮਹਾ ਪਾਪ ਹੈ। ਸੰਗਤ ਵਿੱਚ ਆਉਣ ਵਾਲੀਆਂ ਮਾਵਾਂ ਭੈਣਾਂ ਵੱਲ ਮਾੜੀ ਨਜ਼ਰ ਨਾਲ ਦੇਖਣਾ ਵੱਡਾ ਪਾਪ ਹੈ। ਸਿੱਖ ਹੋ ਕੇ ਕ੍ਰੋਧ ਕਰਨਾ ਅਤੇ ਕ੍ਰੋਧ ਵਿੱਚ ਆ ਕੇ ਅਵਾ ਤਵਾ ਬੋਲਣਾ ਜਾਂ ਹਿੰਸਾ ਕਰਨਾ ਇੱਕ ਵੱਡਾ ਪਾਪ ਹੈ। ਗੁਰੂ ਸਾਹਿਬ ਜੀ ਹੁਕਮ ਕਰਦੇ ਹਨ ਕਿ ਅਜਿਹੇ ਕ੍ਰੋਧੀ ਨਾਲ ਆਪਣੀ ਧੀ ਭੈਣ ਦਾ ਰਿਸ਼ਤਾ ਨਹੀਂ ਕਰਨਾ ਚਾਹੀਦਾ। ਧੀ ਜਾਂ ਭੈਣ ਦਾ ਪੈਸਾ ਖਾਣਾ ਸਿੱਖੀ ਮੁਤਾਬਕ ਪਾਪ ਹੈ। ਸਿੱਖ ਹੋ ਕੇ ਲੋਹ ਤੋਂ ਬਿਨਾਂ ਭਾਵ ਸ਼ਸਤਰਾਂ ਤੋਂ ਬਿਨਾਂ ਬਾਹਰ ਫਿਰਨਾ ਪਾਪ ਹੈ। ਅਜਿਹਾ ਸਿੱਖ ਜਨਮ ਮਰਨ ਵਿੱਚ ਫਸਿਆ ਰਹਿੰਦਾ ਹੈ। ਮਹਿਮਾਨ ਦਾ ਮਾਲ ਧਨ ਵਲ ਛਲ ਨਾਲ ਠੱਗਣਾ ਪਾਪ ਹੈ। ਅਜਿਹੇ ਪਾਪੀ ਦਾ ਜਪ ਤਪ ਸਭ ਨਿਫਲ ਹੋ ਜਾਂਦਾ ਹੈ। ਮਹਿਮਾਨ ਦਾ ਕੀ, ਕਿਸੇ ਦਾ ਵੀ ਮਾਲ ਧਨ ਠੱਗਣਾ ਗੁਰਮਤਿ ਦੇ ਉਲਟ
ਪਾਪ ਕਰਮ ਹੈ। ਕੇਸਾਂ ਵਿੱਚ 2 ਵਕਤ ਕੰਘਾ ਨਾ ਕਰਨਾ ਪਾਪ ਹੈ। ਇਹ ਖਾਲਸਾ ਰਹਿਤ ਦਾ ਹਿੱਸਾ ਹੈ ਕਿ ਸਵੇਰ ਦੀ ਨਿਤਨੇਮ ਦੀ ਅਰਦਾਸ ਤੋਂ ਪਹਿਲਾਂ ਅਤੇ ਸ਼ਾਮ ਦੀ ਰਹਿਰਾਸ ਸਾਹਿਬ ਦੀ ਅਰਦਾਸ ਤੋਂ ਪਹਿਲਾਂ ਕੇਸਾਂ ਵਿੱਚ ਕੰਘਾ ਕਰਨਾ ਲਾਜ਼ਮੀ ਹੈ। ਸਿੱਖ ਨੇ ਦਸਤਾਰ ਚਿਣ ਕੇ ਸਜਾਉਣੀ ਹੈ ਅਤੇ ਦਸਤਾਰ ਉਤਾਰਨ ਸਮੇਂ ਵੀ ਇੱਕ ਪੇਚ ਲਾਉਣਾ ਹੈ। ਟੋਪੀ ਵਾਂਗ ਇੱਕੋ ਝਟਕੇ ਵਿੱਚ ਦਸਤਾਰ ਸਿਰ ਤੋਂ ਲਾਹ ਦੇਣੀ ਖਾਲਸਾ ਰਹਿਤ ਦੇ ਉਲਟ ਹੈ। ਜੋ ਹਰ ਰੋਜ਼ ਦਾਤਨ ਨਹੀਂ ਕਰਦਾ ਉਹ ਦੁੱਖ ਪਾਉਂਦਾ ਹੈ। ਦਾਤਨ ਤੋਂ ਬਿਨਾਂ ਦੁਰਗੰਧ ਮਾਰਦੇ ਮੂੰਹ ਨਾਲ ਗੁਰਬਾਣੀ ਦਾ ਨਿਤਨੇਮ ਕਰਨਾ ਬਾਣੀ ਦੀ ਬੇਅਦਬੀ ਹੈ। ਜੋ ਗੁਰੂ ਦਾ ਦਸਵੰਧ ਨਹੀਂ ਦਿੰਦਾ ਉਹ ਪਾਪੀ ਹੈ। ਦਸਵੰਧ ਦਾ ਭਾਵ ਹੈ ਆਪਣੀ ਕਮਾਈ ਵਿੱਚੋਂ 10ਵਾਂ ਹਿੱਸਾ ਗੁਰੂ ਜੀ ਦੇ ਲੇਖੇ ਲਾਉਣਾ। ਇਹ ਦਸਵੰਧ ਗੁਰੂ ਕੇ ਲੰਗਰਾਂ ਤੇ, ਗਰੀਬ ਸਿੱਖਾਂ ਦੀ ਮਦਦ ਕਰਨ ਤੇ, ਪ੍ਰਚਾਰ ਤੇ ਅਤੇ ਹੋਰ ਅਜਿਹੇ ਕਾਰਜਾਂ ਤੇ ਲਾਉਣਾ ਚਾਹੀਦਾ ਹੈ। ਜੋ ਝੂਠ ਬੋਲ ਕੇ ਅਤੇ ਠੱਗੀ ਮਾਰ ਕੇ ਧਨ ਕਮਾਉਂਦਾ ਹੈ ਅਤੇ ਅਜਿਹੇ ਧਨ ਦਾ ਭੋਜਨ ਖਾਂਦਾ ਹੈ ਉਹ ਪਾਪੀ ਹੈ। ਗੁਰੂ ਗੋਬਿੰਦ ਸਿੰਘ ਜੀ ਅਜਿਹੇ ਸਿੱਖ ਦਾ ਕਦੇ ਵਿਸਾਹ ਨਹੀਂ ਕਰਦੇ। ਠੰਡੇ ਪਾਣੀ ਨਾਲ ਅੰਮ੍ਰਿਤ ਵੇਲੇ ਇਸ਼ਨਾਨ ਨਾ ਕਰਨਾ ਸਿੱਖ ਵਾਸਤੇ ਪਾਪ ਹੈ। ਜਪਜੀ ਸਾਹਿਬ, ਜਾਪ ਸਾਹਿਬ ਅਤੇ ਹੋਰ ਨਿਤਨੇਮ ਦੀਆਂ ਬਾਣੀਆਂ ਦਾ ਪਾਠ ਕਰਨ ਤੋਂ ਬਿਨਾਂ ਕੁਝ ਵੀ ਛਕਣਾ ਸਿੱਖ ਵਾਸਤੇ ਪਾਪ ਹੈ। ਕਦੇ ਭੁੱਲ ਕੇ ਵੀ ਨਿਤਨੇਮ ਅਤੇ ਇਸ਼ਨਾਨ ਕੀਤੇ ਤੋਂ ਬਿਨਾਂ ਭੋਜਨ ਨਹੀਂ ਖਾਣਾ ਚਾਹੀਦਾ। ਜੋ ਸਿੱਖ ਰਹਿ ਰਸ ਕੀਤੇ ਤੋਂ ਬਿਨਾਂ ਸ਼ਾਮ ਦਾ ਵਕਤ ਖੁੰਝਾ ਦਿੰਦਾ ਹੈ ਉਹ ਪਾਪੀ ਹੈ। ਰਹਿ ਰਾਸ ਦਾ ਪਾਠ ਸੰਧਿਆ ਸਮੇਂ ਕਰਨਾ ਲਾਜ਼ਮੀ ਹੈ। ਰਹਿ ਰਾਸ ਸਾਹਿਬ ਦਾ ਪਾਠ ਸੰਧਿਆ ਤੋਂ ਬਾਅਦ ਕਰਨਾ ਜਾਂ ਉੱਕਾ ਹੀ ਨਾ ਕਰਨਾ ਗੁਰੂ ਜੀ ਦੇ ਹੁਕਮ ਦੀ ਸਖਤ ਅਦੁੱਲੀ ਹੈ। ਕੀਰਤਨ ਸੋਹਿਲਾ ਦਾ ਪਾਠ ਕਰਨ ਤੋਂ ਬਿਨਾਂ ਸੌਣਾ ਪਾਪ ਹੈ। ਚੁਗਲੀ ਕਰਕੇ ਕਿਸੇ ਦਾ ਕਾਜ ਵਿਗਾੜਨਾ ਪਾਪ ਹੈ। ਸਿੱਖ ਨੂੰ ਕਦੇ ਵੀ ਕਿਸੇ ਦੀ ਚੁਗਲੀ ਨਹੀਂ ਕਰਨੀ ਚਾਹੀਦੀ। ਗੁਰੂ ਸਾਹਿਬ ਹੁਕਮ ਕਰਦੇ ਹਨ ਕਿ ਧਰਮ ਨੂੰ ਵਿਸਾਰ ਕੇ ਚੁਗਲੀ ਕਰਨ ਵਾਲੇ ਦਾ ਜਨਮ ਤ੍ਰਿਗ ਹੈ। ਗੁਰੂ ਗੋਬਿੰਦ ਸਿੰਘ ਜੀ ਹੁਕਮ ਕਰਦੇ ਹਨ ਕਿ ਜੋ ਸਿੱਖ ਬਚਨ ਕਰਕੇ ਉਸ ਬਚਨ ਨੂੰ ਨਿਭਾਵੇ ਨਾ, ਉਸ ਸਿੱਖ ਨੂੰ ਕਿਤੇ ਥਾਂ ਨਹੀਂ ਮਿਲਦੀ। ਸੋ ਸਿੱਖ ਬਚਨ ਕਰਕੇ ਕਦੇ ਵੀ ਆਪਣੇ ਬਚਨ ਤੋਂ ਫਿਰੇ ਨਾ। ਗੁਰੂ ਜੀ ਦੇ ਸ਼ਬਦ ਤੋਂ ਬਿਨਾਂ ਹੋਰ ਮੱਤਾਂ ਵਾਲਿਆਂ ਦਾ ਕਲਾਮ ਗਾਉਣਾ ਸਿੱਖੀ ਵਿੱਚ ਪਾਪ ਕਰਮ ਹੈ। ਕਈ ਸਿੱਖ ਜੋ ਸੂਫੀਆਂ ਦਾ ਕਲਾਮ ਜਾਂ ਭਜਨ ਗਾਉਂਦੇ ਹਨ ਉਹ ਸਭ ਦੋਸ਼ੀ ਹਨ। ਆਪਣੇ ਗੁਰੂ ਦੀ ਮਿੱਠੀ ਬਾਣੀ ਨੂੰ ਛੱਡ ਕੇ ਹੋਰ ਕਲਾਮ ਗਾਉਣਾ ਸਿੱਖ ਵਾਸਤੇ ਮਮਨੂਹ ਹੈ। ਤ੍ਰਿਆ ਰਾਗ ਭਾਵ ਇਸ਼ਕੀਆ ਗਾਣਿਆਂ ਨਾਲ ਚਿੱਤ ਲਾਉਣ ਵਾਲਾ ਸਿੱਖ ਗੁਰੂ ਗੋਬਿੰਦ ਸਿੰਘ ਜੀ ਹੁਕਮ ਕਰਦੇ ਹਨ ਕਿ ਜੰਮਪੁਰ ਜਾਂਦਾ ਹੈ। ਕਿਸੇ ਵੀ ਕਾਰਜ ਨੂੰ ਕਰਨ ਲਈ ਜਾਣ ਤੋਂ ਪਹਿਲਾਂ ਅਰਦਾਸ ਕਰਨੀ ਲਾਜ਼ਮੀ ਹੈ। ਗੁਰੂ ਸਾਹਿਬ ਜੀ ਨੂੰ ਭੇਟ ਕੀਤੇ ਬਿਨਾਂ ਛਕਣਾ ਪਾਪ ਹੈ। ਪੁਰਾਤਨ ਗੁਰਸਿੱਖ ਘਰ ਵਿੱਚ ਬਣਨ ਵਾਲਾ ਭੋਜਨ ਲੰਗਰ ਦੀ ਮਰਿਆਦਾ ਨਾਲ ਤਿਆਰ ਕਰਦੇ ਸਨ ਅਤੇ ਗੁਰੂ ਸਾਹਿਬ ਜੀ ਨੂੰ ਅਰਪਣ ਕਰਕੇ ਹੀ ਭਾਵ ਭੋਜਨ ਵਿੱਚ ਕਿਰਪਾਨ ਭੇਟ ਕਰਕੇ ਹੀ ਆਪ ਪ੍ਰਸ਼ਾਦਾ ਛਕਦੇ ਸਨ। ਹੋਰ ਗੁਰਸਿੱਖਾਂ ਨਾਲ ਵੰਡ ਕੇ ਭੋਜਨ ਛਕਣ ਨਾਲ ਵੀ ਗੁਰੂ ਸਾਹਿਬ ਜੀ ਨੂੰ ਭੋਜਨ ਅਰਪਣ ਹੋ ਜਾਂਦਾ ਹੈ। ਤਿਆਗੀਆਂ ਭਾਵ ਸੰਨਿਆਸੀਆਂ ਵਾਲੇ ਵਸਤਰ ਧਾਰਨ ਕਰਨੇ ਖਾਲਸੇ ਨੂੰ ਮਨ੍ਹਾ ਹਨ। ਆਪਣੀ ਇਸਤਰੀ ਤੋਂ ਬਿਨਾਂ ਕਿਸੇ ਹੋਰ ਇਸਤਰੀ ਨੂੰ ਆਪਣੀ ਸੇਜ ਤੇ ਲਿਆਉਣਾ ਮਹਾ ਪਾਪ ਹੈ। ਜੇ ਘਰੇ ਅਤਿਥੀ ਮੰਗਣ ਆ ਜਾਵੇ ਤਾਂ ਉਸ ਨੂੰ ਦਾਨ ਨਾ ਦੇਣ ਵਾਲਾ ਸਿੱਖ ਅੱਗੇ ਦਰਗਾਹ ਵਿੱਚ ਮਾਣ ਨਹੀਂ ਪਾਉਂਦਾ। ਕਥਾ ਕੀਰਤਨ ਵਿੱਚ ਮਨ ਨਾ ਲਾਉਣਾ ਪਾਪ ਹੈ। ਸੰਤਾਂ ਗੁਰਸਿੱਖਾਂ ਨੂੰ ਬੁਰਾ ਬੋਲਣਾ ਬਹੁਤ ਵੱਡਾ ਪਾਪ ਹੈ। ਕਿਸੇ ਦੀ ਵੀ ਨਿੰਦਾ ਕਰਨੀ ਪਾਪ ਹੈ। ਜੂਆ ਖੇਲਣਾ ਪਾਪ ਹੈ। ਕਿਸੇ ਦਾ ਮਾਲ ਧਨ ਚੋਰੀ ਕਰਨਾ ਪਾਪ ਹੈ। ਗੁਰੂ ਜੀ ਦੀ ਨਿੰਦਾ ਕੰਨੀ ਸੁਣਨੀ ਪਾਪ ਹੈ। ਨਿੰਦਕ ਨੂੰ ਕਿਰਪਾਨ ਲੈ ਕੇ ਭੇਟਣ ਕਰਨਾ ਚਾਹੀਦਾ ਹੈ। ਜੋ ਸਿੱਖ ਆਪਣੇ ਘਰ ਗੁਰੂ ਕੀ ਗੋਲਕ ਨਹੀਂ ਰੱਖਦੇ ਅਤੇ ਜੋ ਛਲ ਦਾ ਵਪਾਰ ਕਰਦੇ ਹਨ ਉਹ ਪਾਪੀ ਹਨ। ਗੁਰੂ ਗੋਬਿੰਦ ਸਿੰਘ ਜੀ ਹੁਕਮ ਕਰਦੇ ਹਨ ਕਿ ਉਹ 1000 ਨਰਕ ਭੋਗਦੇ ਹਨ। ਜੋ ਵਾਹਿਗੁਰੂ ਕਹਿਣ ਤੋਂ ਬਿਨਾਂ ਮੂੰਹ ਵਿੱਚ ਭੋਜਨ ਪਾਉਂਦੇ ਹਨ ਉਹ ਪਾਪੀ ਹਨ। ਸੋ ਖਾਣ ਤੋਂ ਪਹਿਲਾਂ ਵਾਹਿਗੁਰੂ ਸਾਹਿਬ ਜੀ ਦਾ ਸ਼ੁਕਰ ਕਰਨਾ ਸਿੱਖ ਵਾਸਤੇ ਲਾਜ਼ਮੀ ਹੈ। ਜੋ ਸਿੱਖ ਵੇਸਵਾ ਦੇ ਦੁਆਰੇ ਤੇ ਜਾਂਦਾ ਹੈ ਉਹ ਮਹਾ ਪਾਪੀ ਹੈ।
ਜੋ ਪਰਾਈ ਇਸਤਰੀ ਨਾਲ ਪਿਆਰ ਪਾਉਂਦਾ ਹੈ, ਉਹ ਪਾਪੀ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਨਹੀਂ ਪਾਉਂਦਾ। ਸੋ ਪਰਾਈ ਇਸਤਰੀ ਨਾਲ ਸੰਗ ਕਰਨਾ ਤਾਂ ਦੂਰ ਦੀ ਗੱਲ ਹੈ, ਉਸ ਨਾਲ ਮਨ ਕਰਕੇ ਪਿਆਰ ਪਾਉਣਾ ਵੀ ਪਾਪ ਹੈ। ਜੋ ਸਿੱਖ ਆਪਣੇ ਉਸਤਾਦ ਜਾਂ ਟੀਚਰ ਦੀ ਇਸਤਰੀ ਨਾਲ ਗਲਤ ਕੰਮ ਕਰਦਾ ਹੈ, ਉਹ ਕਪਟੀ ਵੱਡਾ ਪਾਪੀ ਹੈ, ਉਸ ਨੂੰ ਕਿਤੇ ਢੋਈ ਨਹੀਂ ਮਿਲਦੀ। ਜੋ ਸਿੱਖ ਆਪਣੇ ਗੁਰੂ ਜੀ ਨੂੰ ਛੱਡ ਕੇ ਕਿਸੇ ਹੋਰ ਦੇ ਦਰ ਤੋਂ ਕੁਝ ਮੰਗਦਾ ਹੈ, ਉਹ ਪਾਪੀ ਹੈ। ਰਾਤ ਤੇੜ ਨੰਗੇ ਹੋ ਕੇ ਸੌਣਾ ਪਾਪ ਹੈ। ਸਿੱਖ ਨੂੰ ਕਦੇ ਵੀ ਕਛਹਿਰੇ ਨੂੰ ਸਰੀਰ ਤੋਂ ਵੱਖ ਨਹੀਂ ਕਰਨਾ ਚਾਹੀਦਾ। ਨੰਗੇ ਸਿਰ ਬਾਹਰ ਫਿਰਨਾ, ਨੰਗੇ ਸਿਰ ਭੋਜਨ ਖਾਣਾ ਅਤੇ ਨੰਗੇ ਸਿਰ ਭੋਜਨ ਵਰਤਾਉਣਾ, ਇਹ ਤਿੰਨੇ ਕਰਮ ਸਿੱਖ ਵਾਸਤੇ ਵੱਡੇ ਪਾਪ ਹਨ। ਗੁਰੂ ਜੀ ਦੇ ਵਾਕ ਛੱਡ ਕੇ ਹੋਰਨਾਂ ਦੇ ਵਾਕ ਆਪਣੇ ਹਿਰਦੇ ਵਿੱਚ ਧਾਰਨ ਕਰਨੇ ਸਿੱਖ ਵਾਸਤੇ ਇਹ ਪਾਪ ਹੈ। ਦੁਨੀਆ ਨੂੰ ਰੱਬ ਦੀ ਦੁਨੀਆ ਸਮਝ ਕੇ ਕਦੇ ਦੁਖਾਵੇ ਨਾ। ਗੁਰੂ ਸਾਹਿਬ ਜੀ ਹੁਕਮ ਕਰਦੇ ਹਨ ਕਿ ਜੇ ਦੁਨੀਆ ਦੁਖੇ ਤਾਂ ਦੁਨੀਆ ਦਾ ਮਾਲਕ ਗੁੱਸੇ ਹੋ ਜਾਂਦਾ ਹੈ। ਪਾਪਾਂ ਦੀ ਲਿਸਟ ਇਸ ਨਾਲੋਂ ਬਹੁਤ ਵੱਡੀ ਹੈ। ਸਿੱਖ ਦੀ ਕੋਸ਼ਿਸ਼ ਚਾਹੀਦੀ ਹੈ ਕਿ ਉਹ ਹਰ ਇੱਕ ਪਾਪ ਤੋਂ ਬਚੇ, ਕਿਉਂਕਿ ਪਾਪ ਦਾ ਫਲ ਅਵਸ਼ ਭੁਗਤਣਾ ਪੈਂਦਾ ਹੈ। ਗੁਰੂ ਸਾਹਿਬ ਜੀ ਕਿਰਪਾ ਕਰਨ, ਪਾਪਾਂ ਤੋਂ ਰੱਖ ਲੈਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।